फिज़िकल प्रॉब्लम्स भी बहुत सारी हो जाती हैं, तो काफ़ी प्रॉब्लम आई, बट पेरेंट्स ने हमेशा सपोर्ट किया, मोटिवेट किया। सर मैं पूरे 3 साल तो दिल्ली, हैदराबाद, चंडीगढ़, हिसार सारा ऑपरेशन करा करा के सर मैं बहुत सब कुछ मेरा बिक चुका था सर। फिर अम्बाड़ा में, इस हिसार में, जहाँ भी बताओ वहीं लेके गए हम। हैदराबाद में, दिल्ली में, मतलब जहीं भी किसी ने कहीं भी बताया आंखों की रोशनी के लिए, हम वहीं चले गए इसको लेके। ਬਾਬੂਸ਼ਾਹੀ ਦੇਖ ਰਹੇ ਹੋ ਤੁਸੀਂ। ਅੱਜ ਅਸੀਂ ਤੁਹਾਡੀ ਮੁਲਾਕਾਤ ਕਰਾਉਣ ਜਾ ਰਹੇ ਹਾਂ ਐਸੀ ਬਰੇਵ ਕੁੜੀ ਦੇ ਨਾਲ ਜਿਹਨੇ ਜ਼ਿੰਦਗੀ ਔਰ ਮੌਤ ਦੀ ਲੜਾਈ ਲੜਨ ਤੋਂ ਬਾਅਦ ਆਪਣੇ ਮਾਪਿਆਂ ਦਾ ਜਿਹੜਾ ਨਾਂ ਹੈ ਉੱਚਾ ਕੀਤਾ। ਕੱਲ੍ਹ CBSE ਵੱਲੋਂ 10ਵੀਂ ਅਤੇ 12ਵੀਂ ਦੇ ਨਤੀਜੇ ਐਲਾਨੇ ਗਏ। 10ਵੀਂ ਦੀ ਗੱਲ ਕੀਤੀ ਜਾਵੇ ਤਾਂ ਚੰਡੀਗੜ੍ਹ ਦੇ ਵਿੱਚ ਇੰਸਟੀਚਿਊਟ ਫॉर ਦਾ ਬਲਾਈਂਡ ਹੈ ਜਿਹੜਾ ਸੈਕਟਰ 26 ਵਿਖੇ, ਤਾਂ ਉਹਦੇ ਵਿੱਚ 16 ਸਾਲ ਦੀ ਕੁੜੀ ਹੈ ਕਾਫੀ, ਜੋ ਇੱਕ ਐਸਿਡ ਅਟੈਕ ਸਰਵਾਈਵਰ ਹੈ। ਮਹਿਜ 3 ਸਾਲ ਦੀ ਸੀ ਇਹ ਲੜਕੀ ਜਦੋਂ ਇਸ 'ਤੇ ਐਸਿਡ ਅਟੈਕ ਹੈ ਜਿਹੜਾ ਉਹ ਕੀਤਾ ਗਿਆ ਸੀਗਾ, ਅਤੇ ਉਸ ਤੋਂ ਬਾਅਦ ਬੜੀ ਜੰਗ ਲੜੀ ਮੌਤ ਦੇ ਨਾਲ। ਅਤੇ ਉਸ ਤੋਂ ਬਾਅਦ ਜਿਵੇਂ ਜਿਵੇਂ ਥੋੜ੍ਹੀ ਠੀਕ ਹੋਈ, ਹਾਲਾਂਕਿ ਨਜ਼ਰ ਜਿਹੜੀ ਉਹ ਚਲੀ ਗਈ ਸੀ, ਪਰ ਉਸ ਤੋਂ ਬਾਅਦ ਪੜ੍ਹਾਈ ਲਿਖਾਈ ਸ਼ੁਰੂ ਕੀਤੀ, ਅਤੇ ਹੁਣ ਉਹ ਪੜ੍ਹਾਈ ਦੇ ਵਿੱਚ ਇੰਨੀ ਕੁ ਬਿਹਤਰੀਨ ਉਸਨੇ ਪਰਫੋਰਮੈਂਸ ਦਿਖਾਈ ਹੈ ਕਿ ਘਰਦਿਆਂ ਦਾ ਨਾਮ ਹੈ ਜਿਹੜਾ ਉਹ ਉੱਚਾ ਕੀਤਾ। 95.2% ਜਿਹੜੇ ਹੈ ਉਹ ਕਾਫੀ ਦੇ 10ਵੀਂ ਦੇ ਵਿੱਚ ਬੋਰਡ ਐਗਜ਼ਾਮਸ ਦੇ ਵਿੱਚ ਆਏ ਨੇ। ਅਸੀਂ ਪਹੁੰਚੇ ਹੋਏ ਹਾਂ ਪਰਿਵਾਰ ਦੇ ਨਾਲ ਗੱਲਬਾਤ ਕਰਨ ਦੇ ਲਈ, ਕੁੜੀ ਦੇ ਨਾਲ ਗੱਲਬਾਤ ਕਰਨ ਦੇ ਲਈ ਵੀ। ਸੋ ਇਹ ਜਿਹੜਾ ਪਰਿਵਾਰ ਹੈ ਉਹ ਦੱਸਦੀ ਹੈ ਵੀ ਸ਼ਾਸਤਰੀ ਨਗਰ ਹੈ ਜਿਹੜਾ ਚੰਡੀਗੜ੍ਹ ਦੇ ਵਿੱਚ ਇੱਕ ਛੋਟੀ ਲੋਕੈਲਿਟੀ ਹੈ, ਉੱਥੇ ਰਹਿੰਦੇ ਨੇ, ਕਿਸ ਤਰ੍ਹਾਂ ਗੁਜ਼ਾਰਾ ਕਰਦੇ ਨੇ। ਅਤੇ ਬੱਚੀ ਦੇ ਨਾਲ ਵੀ ਗੱਲ ਕਰਾਵਾਂਗੇ ਜਿਸ ਨੇ ਬੜੀ ਵੱਡੀ ਅਚੀਵਮੈਂਟ ਹੈ ਜਿਹੜੀ ਉਸ ਨੂੰ ਮਿਲੀ ਹੈ। ਸੋ ਉਸ ਤੋਂ ਹੀ ਸ਼ੁਰੂ ਕਰਾਂਗੇ। ਕਾਫੀ ਸਾਡੇ ਨਾਲ ਮੌਜੂਦ ਹੈ, ਕਾਫੀ ਵਧਾਈਆਂ ਬਹੁਤ ਬਹੁਤ। 95.2% ਆਏ ਹੈ। थैंक यू सो मच सर। ਅੱਛਾ, ਤੁਸੀਂ ਦੱਸੋ ਵੀ ਕਿੰਨਾ ਕੁ ਔਖਾ ਸੀਗਾ ਪੜ੍ਹਾਈ ਕਰਨਾ 10th ਦੀ, ਅਤੇ ਉਸ ਤੋਂ ਬਾਅਦ ਜਦੋਂ ਤੁਹਾਨੂੰ ਰਿਜ਼ਲਟ ਕੱਲ੍ਹ ਫਾਈਨਲੀ ਵੇਖਿਆ ਅਤੇ ਕਿਵੇਂ ਦੀ ਫੀਲਿੰਗ ਸੀ ਉਹ? सर थोड़ा मुश्किल तो होता है, बिकॉज़ नॉर्मल जो स्टूडेंट्स हैं उनके पास सैम्पल पेपर एंड ऑल अवेलेबल होता है, लेकिन हमारा थोड़ा मुश्किल हो जाता है। लेकिन हाँ, अब हमें एक यूट्यूब प्लेटफॉर्म मिल चुका है जिसमें लाइक वीडियो फॉर्म में हमें मैक्सिमम लेक्चर्स मिल जाते हैं। एंड सबसे ज़्यादा आई एम रियली थैंकफुल टू ऑल माई टीचर्स। उन्होंने हमेशा हर क्वेश्चन का जवाब दिया एंड हमारी प्रिपरेशन बहुत अच्छे से करवाई। एंड जब कल मेरा रिज़ल्ट आया तो आई वॉज़ फीलिंग रियली वेरी वेरी ग्लैड। एंड थोड़ा अनएक्सपेक्टेड ही था, क्योंकि मैंने सोचा था 93 94 तक। सो रियली मेरे को बहुत खुशी हुई एंड पेरेंट्स को बहुत खुशी हुई, तो बहुत अच्छा लगा। ਅੱਛਾ, ਕਿਸ ਤਰ੍ਹਾਂ ਦੇ ਨਾਲ ਤੁਸੀਂ ਪੜ੍ਹਾਈ ਕੀਤੀ ਸੀਗੀ? ਕਿੰਨਾ ਕੁ ਟਾਈਮ ਦਿਨ 'ਚ ਪੜ੍ਹਦੇ ਸੀਗੇ ਜਦੋਂ ਐਗਜ਼ਾਮਸ ਬਿਲਕੁਲ ਨੇੜੇ ਆ ਗਏ ਸੀ ਤੁਹਾਡੇ? सर मैंने कुछ ब्रेल में नोट्स बनाए एंड पढ़ा, और इसके अलावा यूट्यूब से पढ़ा, ट्यूशन से पढ़ा। एंड जब एग्ज़ाम्स नज़दीक आए थे तो उस टाइम मैं 5 to 6 आवर्स स्टडी करती थी। ਅੱਛਾ, ਤੁਸੀਂ ਇਹ ਵੀ ਦੱਸੋ ਜਿਹੜਾ ਇਹ ਘਟਨਾ ਹੋਈ ਤੁਹਾਡੇ ਨਾਲ, ਤੁਸੀਂ ਤੁਹਾਡੇ 'ਤੇ ਐਸਿਡ ਜਿਹੜਾ ਹੈਗਾ ਅਟੈਕ ਹੋਇਆ, ਅਤੇ ਉਸ ਤੋਂ ਬਾਅਦ ਕਿਵੇਂ ਕਿਵੇਂ ਤੁਹਾਨੂੰ ਹੁਣ ਤੱਕ ਕੀ ਕੀ ਮੁਸ਼ਕਿਲਾਂ ਆਉਂਦੀਆਂ ਰਹੀਆਂ, ਅਤੇ ਕਿਵੇਂ ਤੁਸੀਂ ਟੈਕਲ ਕੀਤਾ सारियाँ मुश्किलां? उसके बाद काफ़ी डिफ़िकल्टीज़ आई मुझे भी और पेरेंट्स को भी। लाइक फ़िज़िकल प्रॉब्लम्स भी बहुत सारी हो जाती हैं, तो काफ़ी प्रॉब्लम आई, बट पेरेंट्स ने हमेशा सपोर्ट किया, मोटिवेट किया, तो उनकी हेल्प से आई एम हेयर टुडे। ਅਤੇ ਹੁਣ ਤੁਸੀਂ ਅੱਗੇ ਕੀ करना चाਹੁੰਦੇ हो? ਕੀ ਸੁਪਨੇ ਕੀ ਹੈ ਤੁਹਾਡੇ? सर +1 में ह्यूमैनिटीज़ के लिए जाऊंगी, एंड आफ्टर दैट आई वांट टू बिकम IAS ऑफिसर। ਅੱਛਾ, IAS ਅਫਸਰ ਬਣਨਾ ਚਾਹੁੰਦੇ ਹੋ। ਇੰਸਪੀਰੇਸ਼ਨ ਕਿਹਨਾਂ ਤੋਂ ਮਿਲਦੀ ਹੈ? ਕਿਹੜੇ ਕਿਹੜੇ ਤੁਹਾਨੂੰ ਚੰਗੇ ਲੱਗਦੇ ਨੇ ਅਫਸਰ ਨੇ ਜਿਹੜੇ? एक मनोज शर्मा सर हैं, लाइक उन्होंने बहुत अच्छा किया। हमारे डायरेक्टर हैं इंस्टीट्यूट फॉर द ब्लाइंड, मिस्टर रुपेश कुमार।
ही इज़ ऑल्सो एन IAS एंड उनसे भी मैं इंस्पायर हूँ, पार्शली ब्लाइंड हैं, तो आई होप मैं भी उन सब की तरह एक दिन बन सकूँ। ਅੱਛਾ ਇਹ ਵੀ ਦੱਸੋ ਕੀ ਤੁਹਾਡੇ ਸ਼ੌਂਕ ਨੇ ਪੜ੍ਹਾਈ ਤੋਂ ਇਲਾਵਾ ਕੀ ਤੁਹਾਨੂੰ ਕਰਨਾ ਪਸੰਦ ਤੁਸੀਂ ਕਰਦੇ ਹੋ ਤੇ ਕਿਵੇਂ ਹੈ ਤੁਹਾਡੀ ਹੌਬੀਜ਼ ਕੀ ਹੈ आई वॉन्ट टू लाइक लिसन म्यूज़िक एंड इसके अलावा मेरे को क्रिकेट फैक्ट्स पढ़ना बहुत पसंद है और हॉबी मेरे को सिंगिंग करना पसंद है। ਅੱਛਾ ਆਪਕੋ ਤੁਸੀਂ ਜਿਵੇਂ ਮੈਂ ਗੱਲ ਕੀਤੀ ਕਿ ਕ੍ਰਿਕਟ ਦੀ ਤੇ ਕ੍ਰਿਕਟਰ ਕਿਹੜਾ ਪਸੰਦ ਹੈ ਤੁਹਾਨੂੰ 뮤직 ਪਸੰਦ ਹੈ ਤੇ ਸਿੰਗਰ ਕਿਹੜੇ ਪਸੰਦ ਹੈ ਫੇਵਰਿਟ ਕਿਹੜੇ मेरे को क्रिकेटर विराट कोहली बहुत पसंद है। ही इज़ रियली एन इंस्पायरिंग पर्सन एंड मेरे को सिंगर्स में श्रेया घोषाल बहुत पसंद है और मेल्स में अरिजीत सिंह। ਤੇ ਕਾਫੀ ਕੀ ਤੁਸੀਂ ਮੈਸੇਜ ਦੇਣਾ ਚਾਹੋਗੇ ਤੁਹਾਡੇ ਵਰਗੀਆਂ ਹੋਰ ਕੁੜੀਆਂ ਨੇ ਇਸ ਦੇਸ਼ ਦੇ ਵਿੱਚ ਤੁਸੀਂ ਦੇਖਦੇ ਰਹਿੰਦੇ ਹੋਵੋਗੇ ਬਹੁਤ ਸਾਰੀਆਂ ਕੁੜੀਆਂ ਵਿਕਟਿਮਸ ਨੇ ਐਸਿਡ ਅਟੈਕ ਦੀਆਂ ਕਈ ਸਰਵਾਈਵਰਸ ਨੇ ਪਰ ਉਹ ਬੜਾ ਬਰੇਵਲੀ ਉਹਨਾਂ ਨੇ ਲੜ ਕੇ ਜਿਹੜਾ ਅੱਗੇ ਵਧੀਆਂ ਨੇ ਉਹ ਜਾਂ ਫਿਰ ਜਿਹੜੀਆਂ ਵਿਜ਼ੂਅਲੀ ਇੰਪੇਅਰਡ ਨੇ ਇਹਨਾਂ ਦੀ ਕੋਲ ਨਜ਼ਰ ਹੈ ਨਹੀਂ ਪਰ ਉਹ ਪੜ੍ਹਨਾ ਚਾਹੁੰਦੀਆਂ ਨੇ ਤੁਹਾਡੇ ਤਰ੍ਹਾਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ। लाइक प्रॉब्लम्स तो बहुत आती हैं पर वो हेल्प लें, अपने पेरेंट्स फ्रेंड्स की मोटिवेट हों एंड मेंटली उन्हें सपोर्ट मिले एंड अपने एम्स को गोल करें और अचीव करें। ਅੱਛਾ ਹੋਰ ਤੁਹਾਨੂੰ ਜਿਵੇਂ ਦੱਸ ਰਹੇ ਸੀ ਤੁਸੀਂ ਕਰੰਟ ਅਫੇਅਰਸ ਦੇ ਨਾਲ ਵੀ ਬੜੇ ਜੁੜੇ ਹੋ ਤੁਸੀਂ ਤੇ ਗਵਰਨਮੈਂਟ ਦੀ ਗੱਲ ਕਰੀ ਤਾਂ ਤੁਹਾਨੂੰ ਕਾਫੀ ਪਤਾ ਹੋਊਗਾ ਤੁਹਾਨੂੰ ਕੀ ਕੁਝ ਪਤਾ ਹੈਗਾ ਕੈਬਨਿਟ ਆ ਜਿਹੜੀ ਯੂਨੀਅਨ ਕੈਬਨਿਟ ਹੈਗੀ ਹੈ ਉਸ ਦੇ ਵਿੱਚ ਤੁਸੀਂ ਕਿੰਨਾ ਕੁ ਇੰਟਰਸਟ ਰੱਖਦੇ ਤੁਹਾਨੂੰ ਪਤਾ ਵੀ ਇਹ ਮਿਨਿਸਟਰ ਹੈ ਵੀ ਇਹਦੇ ਕੋਲ ਇਹ ਪੋਰਟਫੋਲੀਓ ਇਹਦੇ ਕੋਲ ਇਹ ਪੋਰਟਫੋਲੀਓ ਹੈ ਕਿਵੇਂ ਕੰਮ ਹੁੰਦਾ ਲੋਕ ਸਭਾ ਦੇ ਵਿੱਚ ਕਿਵੇਂ ਸਭ ਕੁਝ ਹੁੰਦਾ ਹੈ। मैं करंट अफेयर्स पढ़ती हूँ तो मुझे थोड़ा कैबिनेट के बारे में पता है एंड हमारे सिलेबस में भी है तो लोकसभा वगैरह के बारे में थोड़ा पढ़ा है। ਸੋ ਗੱਲ ਕਰਦੇ ਆ ਕਾਫੀ ਦੇ ਮਾਪਿਆਂ ਦੇ ਨਾਲ ਵੀ ਜਿਨ੍ਹਾਂ ਲਈ ਬੜੀ ਵੱਡੀ ਗੱਲ ਹੈ ਇਹ ਫਾਦਰ ਸਾਹਿਬ ਸਾਡੇ ਨਾਲ ਮੌਜੂਦ ਨੇ ਪਵਨ ਜੀ ਉਹਨਾਂ ਤੋਂ ਗੱਲ ਕਰਾਂਗੇ। ਪਵਨ ਜੀ ਤੁਸੀਂ ਪਹਿਲਾਂ ਤਾਂ ਦੱਸੋ ਵੀ ਕਿੰਨਾ ਕੁ ਮਾਣ ਮਹਿਸੂਸ ਹੋਇਆ ਬੇਟੀ ਦਾ ਕੱਲ੍ਹ ਰਿਜ਼ਲਟ ਆਇਆ ਤੇ ਤੁਸੀਂ ਆਪ ਕੀ ਕਰਦੇ ਹੋ ਇਹ ਵੀ ਦੱਸੋ। सर मैं ठेकेदार के थ्रू सेवादार का काम कर रहा हूँ सर। पार्ट टाइम में ऑटो चला रहा हूँ सर। मुझे बहुत इतनी खुशी हुई सर आज मैंने मेरी बेटी के पास रहना सर सोचना शुरू किया सर। बहुत बढ़िया खुशी हुई सर। ਅੱਛਾ ਪਵਨ ਜੀ ਇਹ ਦੱਸੋ ਵੀ ਇਹ ਕਿਵੇਂ ਹੋਇਆ ਤੁਸੀਂ ਕੀ ਕਾਰਨ ਮੰਨਦੇ ਹੋ ਕਿਹਨਾਂ ਨੇ ਉਹ ਕੀਤਾ ਸੀ ਜਿਹੜਾ ਅਟੈਕ ਹੋਇਆ ਜਿਸ ਤੋਂ ਬਾਅਦ ਤੁਹਾਡੀ ਸਾਰੇ ਪਰਿਵਾਰ ਦੀ ਜਿਹੜੀ ਇੱਕ ਜ਼ਿੰਦਗੀ ਦੇ ਵਿੱਚ ਬੜਾ ਵੱਡਾ ਬਦਲਾਅ ਆਇਆ ਕਿਹਨਾਂ ਨੇ ਕੀਤਾ ਕਿਉਂ ਕੀਤਾ ਤੇ ਉਸ ਤੋਂ ਬਾਅਦ ਤੁਸੀਂ ਲੀਗਲੀ ਕਿਵੇਂ ਲੜਾਈ ਲੜੀ ਹੋ। सर हमारी कोई वो नहीं थी रंजिश बहुत अच्छे तरीके रह रहे थे। एसिड अटैक में अपनी तांत्रिक विद्या के तक चक्रा में मेरे में बाबा हुआ मेरे में फलाना हुआ मेरे में दिख रहा हुआ इसलिए मेरी गुड़िया पर एसिड अटैक किया गया है उन्हें। मैंने बहुत ज़्यादा दिक्कत हुई सर। मेरा सब कुछ बिक लिया था मैंने सब कुछ अपना करके मेरी गुड़िया के सिर्फ ध्यान रखा सर। मैंने कभी उनको कुछ नहीं कहा भाई क्या करा क्या नहीं मैंने बहुत ज़्यादा तंगी सही सर। ਕਿੱਥੋਂ ਤੁਸੀਂ ਇਲਾਜ ਕਰਵਾਇਆ ਉਸ ਵੇਲੇ ਕਿੱਥੇ ਜਾਂਦੇ ਸੀ ਫਿਰ ਜਾਨ ਕਿਵੇਂ ਬਚੀ। सर मैं पूरे 3 साल तो दिल्ली हैदराबाद चंडीगढ़ हिसार सारा ऑपरेशन करा के सर मैं बहुत सब कुछ मेरा बिक चुका था सर। मैंने फिर भी हिम्मत नहीं हारी सर। मैंने मेरी गुड़िया पर पूरा ध्यान रखा सर। फिर इलाज होने के बाद सर किसी को राय दी मेरे को भाई इसको पढ़ा ले तो मैं उसी दिन से पढ़ाना शुरू किया था सर और बहुत अच्छा लगा सर। मैंने पढ़ा के सभी को माँ बाप को ऐसे कहता हूँ सर मैं कि अपने बच्चों से हौसला मत तोड़ो जैसा है अपना है अच्छी परवरिश करो। ਅੱਛਾ ਪਵਨ ਜੀ ਕਿੱਥੇ ਦੇ ਰਹਿਣ ਵਾਲੇ ਸੀ ਤੁਸੀਂ ਜਿਹੜਾ ਤੁਹਾਡਾ ਪਿੰਡ ਕਿਹੜਾ ਸੀਗਾ ਤੇ ਉਸ ਤੋਂ ਬਾਅਦ ਚੰਡੀਗੜ੍ਹ ਫਿਰ ਤੁਸੀਂ ਬੱਚਿਆਂ ਦੀ ਪੜ੍ਹਾਈ ਦੇ ਲਈ ਫਿਰ ਆਏ ਤੁਸੀਂ। सर मैंने इस शुरू में गया सर मैंने हिसार देखा स्कूल लड़के लड़कियां का था किसी को बोल के सिफारिश से एडमिशन कराया सर। मैंने 2 साल वहाँ पढ़ाई सर। मेरी लड़की अच्छी चल पड़ी थी सर। फिर मैंने सोचा कि चंडीगढ़ लोग कह रहे थे कि खाएगा मगर मैं कुछ भी करके खा लूँगा रेडी लगा लूँगा लेकिन मेरे को मेरी बच्ची पढ़ानी है बस। फिर मैं चंडीगढ़ आया सर। चंडीगढ़ में मेरी बेटी 10वीं फर्स्ट आई थी सर। ਇਹ ਵੀ ਦੱਸੋ ਵੀ ਜਿਹੜੇ ਉਹ ਦੋਸ਼ੀ ਸੀ ਜਿਨ੍ਹਾਂ ਨੇ ਕੀਤਾ ਉਹਨਾਂ ਨੂੰ ਫਿਰ ਸਜ਼ਾ ਹੋਈ
ਪਤਾ ਲੱਗਿਆ ਵੀ ਉਹ 2 ਸਾਲਾਂ ਬਾਅਦ ਉਹ ਬਾਹਰ ਆ ਗਏ, ਸਜ਼ਾ ਵੀ ਹੋਈ ਪਰ 2 ਸਾਲਾਂ ਬਾਅਦ ਉਹ ਬਾਹਰ ਵੀ ਆ ਗਏ, ਉਹਦੇ ਪਿੱਛੇ ਕੀ ਕਾਰਨ ਮੰਨਦੇ ਹੋ? ਕੀ ਲੱਗਦਾ ਵੀ ਇੰਨੀ ਘੱਟ ਸਜ਼ਾ ਕਿਉਂ ਹੋਈ? ਤੁਸੀਂ ਫਿਰ ਕੋਰਟ 'ਚ ਪਹੁੰਚੇ ਵੀ ਉਹਨਾਂ ਨੂੰ ਸਜ਼ਾ ਵੱਧ ਹੋਣੀ चाਹੀਦੀ है? सर मैंने 3 साल पूरा हंसी लड़ा के सर पैसे इतने मर रखे थे, उनको कोई भी मेरा साथ नहीं दे रहा था सर, सारे पुलिस वाले भी बिके हुए थे। मैंने बहुत कुछ किया सर, 3 साल मैंने हंसी लड़ा, फिर हिसार चला गया सर, 3 साल मैंने फिर हिसार लड़ा, फिर 2 साल हिसार चंडीगढ़ में आ गया सर वो केस हाई कोर्ट में, 3 साल वहाँ लड़के सर मेरा फिर पेंडिंग में डाल दिया केस सर, मेरा कोई समाधान नहीं हुआ था। ਸੋ ਮਦਰ ਨਾਲ ਵੀ ਗੱਲ ਕਰਦੇ ਇਹਨਾਂ ਦੇ ਜਿਹੜੇ ਕਾਫੀ ਦੇ ਮਦਰ ਨੇ। ਮੈਮ ਤੁਸੀਂ ਦੱਸੋ ਕਿਵੇਂ ਦਾ ਮਹਿਸੂਸ ਹੋਇਆ ਕੱਲ ਜਦੋਂ ਪਤਾ ਲੱਗਿਆ ਕੋਈ ਬੱਚੀ ਤੁਹਾਡੀ ਬਹੁਤ ਪੜ੍ਹਨ ਦੇ ਵਿੱਚ ਹੁਸ਼ਿਆਰ ਸੀ ਪਰ ਕੱਲ 95% ਮਾਰਕਸ ਆਏ ਹੈ, ਕਿੰਨੀ ਖੁਸ਼ੀ ਹੋਈ ਇੱਕ ਮਾਂ ਨੂੰ? बहुत बहुत खुशी हुई जी, मेरी बेटी फर्स्ट आई, बहुत खुशी हुई मैं। ਅੱਛਾ, ਤੁਸੀਂ ਤੁਹਾਡੇ 2 ਬੱਚੇ ਆ, ਛੋਟਾ ਬੇਟਾ ਵੀ ਹੈ, ਤੇ ਕੀ ਕਰਨਾ ਚਾਹੁੰਦੇ ਆ ਇਹ? ਤੁਸੀਂ ਕੀ ਚਾਹੁੰਦੇ ਹੋ ਕਿ ਤੁਹਾਡੇ ਬੱਚੇ ਕੀ ਬਣਨ ਅੱਗੇ ਜਾ ਕੇ? मैं तो यही चाहूँगी मेरे बच्चे बहुत बढ़िया उस पे जाएं, भी अपने काम अच्छे सीखें, अच्छी नॉलेज सीखें, भी मेरे बेटी भी लगे और बेटा भी लगे। ਅੱਛਾ, ਘਰ ਦਾ ਫਿਰ ਗੁਜ਼ਾਰਾ ਕਿਵੇਂ ਹੁੰਦਾ? ਸਿਰਫ ਕਾਫੀ ਦੇ ਜਿਹੜੇ ਪਾਪਾ ਜੋ ਕਮਾਈ ਕਰਦੇ ਆ ਆਟੋ ਚਲਾ ਕੇ, ਜਾਂ ਜਿਹੜੇ ਉਹ ਕੰਮ ਕਰਦੇ ਨੇ ਉਹ ਠੇਕੇਦਾਰ ਵਜੋਂ, ਉਸੇ ਨਾਲ ਹੀ ਘਰ ਦਾ ਗੁਜ਼ਾਰਾ ਹੁੰਦਾ ਜਾਂ ਹੋਰ ਵੀ ਕੋਈ ਹੈਲਪ ਮਿਲਦੀ ਹੈ ਤੁਹਾਨੂੰ ਕਿਤੇ? नहीं जी, उसी के नाल ही गुजारा करते हैं। मैं तो घर का ही काम करती, मैं तो कुछ बाहर का काम करने नहीं जाती, मैं तो घर का ही करती हूँ। ਤੇ ਉਸ ਵੇਲੇ ਤੁਹਾਨੂੰ ਕਿਵੇਂ ਲੱਗਿਆ ਜਦੋਂ 3 ਸਾਲ ਦੀ ਸੀਗੀ ਬਿਲਕੁਲ? ਉਹ ਤਾਂ ਕੁਛ ਬੋਲਦੀ ਸੀ, ਚੱਲਦੀ ਸੀਗੀ, ਕਿਵੇਂ ਦੀ ਸੀਗੀ? ਤੇ ਜਦੋਂ ਉਹ ਚੀਜ਼ ਹੋਈ ਉਸ ਤੋਂ ਬਾਅਦ ਫਿਰ ਕੀ ਕੀ ਮੁਸ਼ਕਿਲ ਆਈਆਂ? बहुत बहुत मुश्किल आई जी, उस टाइम तो कोई ये नहीं था कहाँ दिन है कहाँ रात है, क्या करना क्या, यही नहीं समझ में आया भी तुमने क्या करना है। बहुत बहुत बुरा हाल हो गया था उस टाइम, तो मतलब पागल हो गए थे हम इसके पीछे क्या होया मेरी बेटी के। ਉਸ ਵੇਲੇ ਛੋਟੀ ਸੀ ਕਾਫੀ ਤੇ ਚੱਲਦੀ ਫਿਰਦੀ ਸੀਗੀ ਜੀ ਉਸ ਵੇਲੇ? हाँ, उस टाइम चल पड़ी थी, थोड़ी थोड़ी चली थी, ये शरीर की बारी थी, और एक ही थी अपने घर में, ये ताऊ चाचा के बीच में लाडो कोडो, बस थोड़ी ही चली थी, थोड़ी ही बोली भी लेट थी ये, उसी टाइम बोलने लगी थी जी, बस उसी टाइम उन्हें ऐसे ही डाल दिया। ਉਸ ਤੋਂ ਬਾਅਦ ਫਿਰ ਕਿਵੇਂ ਜਿਹੜਾ ਇਲਾਜ ਹੋਇਆ, ਜਿਹੜੀ ਸਾਰਾ ਜਲ ਗਿਆ ਸੀਗਾ ਉਹਦਾ, ਕਿੱਥੇ ਕਿੱਥੇ ਜਲਿਆ, ਤੇ ਉਸ ਤੋਂ ਬਾਅਦ ਕਿਵੇਂ ਕਿਵੇਂ ਫਿਰ ਡਾਕਟਰਾਂ ਦੇ ਮਦਦ ਦੇ ਨਾਲ ਹੈ ਜਿਹੜਾ ਠੀਕ ਹੁੰਦੀ ਗਈ? डॉक्टरों ने दिल्ली एम्स में और ऑल इंडिया में उधर ही 3 साल चला जी। फिर अम्बाड़ा में, हिसार में, जहाँ भी बताओ वहीं लेके गए, हैदराबाद में, दिल्ली में, मतलब जहीं भी किसी ने कहीं भी बताया, आँखों की रोशनी के लिए हम वहीं चले गए इसको लेके। मैंने मेरा छोटा बच्चा भी छोड़ा उस टाइम में, इसके पीछे लग लिए थे दोनों जने। ਤੇ ਅੱਜ ਹੁਣ ਰਿਸ਼ਤੇਦਾਰਾਂ ਦੇ ਜਾਂ ਹੋਰ ਤੁਹਾਡੇ ਸਾਥੀਆਂ ਦੇ ਕਿੰਨੇ ਕੁ ਜਾਣੇ ਦੀ ਵਧਾਈਆਂ ਤੁਹਾਨੂੰ ਆ ਰਹੀਆਂ ਨੇ ਕਿ ਬੱਚੀ ਨੇ 10ਵੀਂ ਦੇ ਵਿੱਚ ਇੰਨੇ ਵਧੀਆ ਨੰਬਰ ਲਏ ਆ? सारी रिश्तेदारियों के फ़ोन आए, बहुत बहुत बधाइयों, सार गांव में से भी आए, सबके स्कूल में से भी आए, सबके मास्टरों के, टीचरों के, मतलब प्रिंसिपल के भी, सबके आए जी। जो इसके डैडी के अफसर में ऑफिस में अफसर है उनके भी आए जी, सबके आए जी। कह रहे बधाइयाँ हो आपकी बेटी, बहुत मार्क्स लेके आई है। ਬਹੁਤ ਬਹੁਤ ਸ਼ੁਕਰੀਆ ਜੀ ਸਾਰਿਆਂ ਦਾ। ਤੇ ਅਸੀਂ ਗੱਲ ਕਰ ਰਹੇ ਸੀਗੇ ਤੇ ਤੁਸੀਂ ਸੁਣਿਆ ਕਿੰਨੀ ਦਰਦਨਾਕ ਕਹਾਣੀ ਹੈ ਇਸ ਬੱਚੀ ਦੀ, ਪਰ ਇਸ ਦੇ ਬਾਵਜੂਦ ਵੀ ਇੰਨਾ ਕੁਝ ਫੇਸ ਕਰਕੇ ਵੀ ਪੂਰੀ ਫੈਮਿਲੀ ਨੇ, ਤੇ ਖਾਸ ਤੌਰ ਤੇ ਇਸ ਬੱਚੀ ਨੇ ਜਿਸ ਨੇ ਮਹਿਜ 3 ਸਾਲ ਦੀ ਉਮਰ ਦੇ ਵਿੱਚ ਇੰਨੀ ਔਖ ਜਿਹੜੀ ਹੈ ਉਹ ਝੱਲ ਕੇ ਤੇ ਉਸ ਤੋਂ ਬਾਅਦ ਪੜ੍ਹਨ ਦਾ ਜਿਹੜਾ ਇਰਾਦਾ ਸੀ ਉਸ ਨੂੰ ਡਾਵਾਡੋਲ ਨਹੀਂ ਹੋਣ ਦਿੱਤਾ, ਤੇ ਨਾ ਸਿਰਫ ਪੜ੍ਹਾਈ ਸ਼ੁਰੂ ਕੀਤੀ, ਉਸ ਤੋਂ ਬਾਅਦ ਅੱਜ 10ਵੀਂ ਦੇ ਵਿੱਚ CBSE ਦੇ ਜਿਹੜੇ ਬੋਰਡ ਦੇ ਐਗਜ਼ਾਮ ਸੀ 10ਵੀਂ ਦੇ, ਸੋ ਉਸ ਦੇ ਵਿੱਚ 95.2% ਆਉਣੇ ਬਹੁਤ ਵੱਡੀ ਗੱਲ ਹੈ। ਤੇ ਅੱਗੇ ਜਿਵੇਂ ਕਿ ਇਸ ਦਾ ਸੁਪਨਾ IAS ਅਫਸਰ ਬਣਨ ਦਾ, ਤੇ ਅੱਜ ਮਾਪਿਆਂ ਨੂੰ ਵੀ ਆਸ ਹੈ, ਤੇ ਅਸੀਂ ਵੀ ਦਿਲੋਂ ਇਹ ਆਸ ਕਰਦੇ ਹਾਂ, ਅਰਦਾਸ ਵੀ ਕਰਦੇ ਹਾਂ ਵੀ ਇਸ ਬੱਚੀ ਦੇ ਜਿਹੜੇ ਸੁਪਨੇ ਨੇ ਜੋ ਵੀ ਸਿਰਜੇ ਹੋਏ ਨੇ ਉਹ ਜ਼ਰੂਰ ਪੂਰੇ ਹੋਣ। ਚੰਡੀਗੜ੍ਹ ਤੋਂ ਕੈਮਰਾਮੈਨ ਆਕਾਸ਼ਦੀਪ ਦੇ ਨਾਲ ਹਰਸ਼ਬਾਬ ਸਿੰਘ ਸਿੱਧੂ, ਬਾਬੂਸ਼ਾਹੀ ਟਾਈਮਸ।